हाँ जी, वेल स्टूडेंट्स, हिस्ट्री का चैप्टर नंबर 3 ਅਸੀਂ पढ़ रहे हैं। चैप्टर का नेम है द दिल्ली सल्तनत। दिल्ली सल्तनत ਦੇ ਵਿੱਚ ਇਹ ਪਾर्ट 2 है। पार्ट 1 ਤੁਸੀਂ ਆਲਰੇਡੀ देख चुके हो। ਇਹਦੇ ਵਿੱਚ ਅਸੀਂ ਦਿੱਲੀ ਸਲਤਨਤ ਦੇ ਅਲੱਗ-ਅਲੱਗ ਖਾਨਦਾਨਾਂ ਬਾਰੇ ਪੜਾਂਗੇ। ਠੀਕ ਹੈ, ਡਿਫਰੈਂਟ ਡਾਇਨੈਸਟੀਜ਼ ਕਹਿੰਦੇ ਨੇ, ਜਿਸ ਤੇ ਡਾਇਨੈਸਟੀ ਦਾ ਮਤਲਬ ਹੁੰਦਾ ਖਾਨਦਾਨ। ਸੋ ਕਿਹੜੀਆਂ-ਕਿਹੜੀਆਂ ਡਾਇਨੈਸਟੀਜ਼ ਸੀਗੀਆਂ? ਨੰਬਰ 1 ਡਾਇਨੈਸਟੀ ਸੀਗੀ ਸਲੇਵ ਡਾਇਨੈਸਟੀ। ਸਲੇਵ ਡਾਇਨੈਸਟੀ ਤੋਂ ਬਾਅਦ ਉੱਥੇ ਖਲਜੀ ਡਾਇਨੈਸਟੀ ਦਾ ਰਾਜ ਆਇਆ। ਦੈਨ ਤੁਗਲਕ ਡਾਇਨੈਸਟੀ ਦਾ, ਉਸ ਤੋਂ ਬਾਅਦ ਸੈयद ਡਾਇਨੈਸਟੀ, ਦੈਨ ਆਖਿਰ ਦੇ ਵਿੱਚ ਲੋਧੀ ਡਾਇਨੈਸਟੀ। ਸੋ ਸਲੇਵ ਖਾਨ ਜਿਹੜਾ ਗੁਲਾਮ ਖਾਨਦਾਨ ਸੀ, ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਦਿੱਲੀ ਸਲਤਨਤ ਦੀ। ਉਸ ਤੋਂ ਬਾਅਦ ਖਲਜੀ ਵੰਸ਼ ਦਾ ਰਾਜ ਆਇਆ, ਫਿਰ ਤੁਗਲਕ ਵੰਸ਼, ਫਿਰ ਸੈयद ਵੰਸ਼ ਔਰ ਆਖਿਰ ਦੇ ਵਿੱਚ ਲੋਧੀ ਵੰਸ਼। ਇਹਨਾਂ ਬਾਰੇ ਡਿਟੇਲ ਦੇ ਵਿੱਚ ਅਸੀਂ ਪੜਾਂਗੇ ਇਸ ਚੈਪਟਰ ਦੇ ਵਿੱਚ। ਸ਼ੁਰੂਆਤ ਕਰਦੇ ਹਾਂ ਸਲੇਵ ਡਾਇਨੈਸਟੀ ਤੋਂ। ਸਲੇਵ ਦਾ ਮਤਲਬ ਹੁੰਦਾ ਗੁਲਾਮ। ਅਰਬੀ ਫਾਰਸੀ ਦੇ ਵਿੱਚ ਇਹਨੂੰ ਮਮਲੂਕ ਵੀ ਕਹਿੰਦੇ ਨੇ। ਮਮਲੂਕ ਦਾ ਮਤਲਬ ਵੀ ਗੁਲਾਮ ਹੈ। ਸੋ ਗੁਲਾਮ ਖਾਨਦਾਨ ਜਿਹੜਾ ਹੈ, ਗੁਲਾਮ ਵੰਸ਼ ਦਾ ਰਾਜ ਜਿਹੜਾ ਹੈ 1206 ਤੋਂ ਸ਼ੁਰੂ ਹੋਇਆ ਸੀ, 1290 ਦੇ ਵਿੱਚ ਖਤਮ ਹੋਇਆ ਸੀ। ਇਹ ਪਹਿਲਾ ਖਾਨਦਾਨ ਹੈ ਦਿੱਲੀ ਸਲਤਨਤ ਦਾ। ਸਲੇਵ ਡਾਇਨੈਸਟੀ ਦੇ ਨਾਲ ਹੀ ਦਿੱਲੀ ਸਲਤਨਤ ਦੀ ਸਥਾਪਨਾ ਹੋਈ ਸੀਗੀ। ਔਰ ਸਲੇਵ ਡਾਇਨੈਸਟੀ ਦਾ ਜਿਹੜਾ ਪਹਿਲਾ ਰੂਲਰ ਸੀਗਾ, ਪਹਿਲਾ ਸੁਲਤਾਨ ਸੀ, ਉਹਦਾ ਨਾਮ ਸੀ ਕੁਤਬਉੱਦੀਨ ਐਬਕ। ਕੁਤਬਉੱਦੀਨ ਐਬਕ ਨੇ 1206 ਤੋਂ ਲੈ ਕੇ 1210 ਤੱਕ ਰਾਜ ਕੀਤਾ ਹੈ। ਔਰ ਕੁਤਬਉੱਦੀਨ ਐਬਕ ਖੁਦ ਇੱਕ ਗੁਲਾਮ ਸੀਗਾ, ਮੁਹੰਮਦ ਗੌਰੀ ਦਾ ਗੁਲਾਮ ਸੀਗਾ। ਮੁਹੰਮਦ ਗੌਰੀ ਨੇ ਜਦੋਂ ਦਿੱਲੀ ਨੂੰ ਜਿੱਤਿਆ ਤਾਂ ਜਿੱਤਣ ਤੋਂ ਬਾਅਦ ਉਹਨੇ ਦਿੱਲੀ ਦਾ ਗਵਰਨਰ, ਹਿੰਦੁਸਤਾਨ ਦਾ ਗਵਰਨਰ ਕੁਤਬਉੱਦੀਨ ਨੂੰ ਐਬਕ ਨੂੰ ਬਣਾ ਦਿੱਤਾ ਸੀਗਾ ਔਰ ਖੁਦ ਵਾਪਸ ਚਲਾ ਗਿਆ ਸੀ ਅਫਗਾਨਿਸਤਾਨ। ਲੇਕਿਨ ਥੋੜੀ ਦੇਰ ਬਾਅਦ 1206 ਦੇ ਵਿੱਚ ਕੁਤਬਉੱਦੀਨ ਐਬਕ ਨੇ ਦੇਖਿਆ ਕਿ ਮੁਹੰਮਦ ਗੌਰੀ ਦੀ ਡੈਥ ਹੋ ਗਈ ਹੈ। 1206 ਦੇ ਜਦੋਂ ਮੁਹੰਮਦ ਗੌਰੀ ਦੀ ਡੈਥ ਹੋਈ ਹੈ ਤਾਂ ਇਸ ਚੀਜ਼ ਦਾ ਫਾਇਦਾ ਉਠਾ ਕੇ ਕੁਤਬਉੱਦੀਨ ਐਬਕ ਨੇ ਖੁਦ ਨੂੰ ਹਿੰਦੁਸਤਾਨ ਦੀ ਦਿੱਲੀ ਸਲਤਨਤ ਦਾ ਬਾਦਸ਼ਾਹ ਸੁਲਤਾਨ ਘੋਸ਼ਿਤ ਕਰ ਦਿੱਤਾ ਔਰ ਇਹਦੇ ਨਾਲ ਹੀ ਗੁਲਾਮ ਖਾਨਦਾਨ ਸਲੇਵ ਡਾਇਨੈਸਟੀ ਦੀ ਸ਼ੁਰੂਆਤ ਹੋ ਗਈ। ਸੋ ਕੁਤਬਉੱਦੀਨ ਐਬਕ ਕਿਉਂਕਿ ਗੁਲਾਮ ਸੀਗਾ ਕਦੇ ਮੁਹੰਮਦ ਗੌਰੀ ਦਾ, ਇਸ ਕਰਕੇ ਇਸ ਖਾਨਦਾਨ ਨੂੰ ਗੁਲਾਮ ਖਾਨਦਾਨ ਸਲੇਵ ਡਾਇਨੈਸਟੀ ਦੇ ਨਾਮ ਨਾਲ ਜਾਣਿਆ ਜਾਂਦਾ। ਕੁਤਬਉੱਦੀਨ ਐਬਕ ਬਹੁਤ ਹੀ ਜਨਰਸ ਸੀਗਾ, ਬਹੁਤ ਹੀ ਦਾਨ ਦਿੰਦਾ ਸੀ, ਦਿਲ ਖੋਲ੍ਹ ਕੇ ਮੁਸਲਮਾਨਾਂ ਨੂੰ ਦਾਨ ਦਿੰਦਾ ਸੀਗਾ ਔਰ ਗਰੀਬ ਲੋਕਾਂ ਦੀ ਬਹੁਤ ਮਦਦ ਕਰਦਾ ਸੀ, ਬਹੁਤ ਹੀ ਜਨਰਸ ਸੀਗਾ। ਇਹਨੇ ਬਹੁਤ ਅੱਛੇ ਮੋਨੂਮੈਂਟਸ ਵੀ ਬਣਵਾਏ, ਜਿਵੇਂ ਕਿ ਕੁਤਬ ਮੀਨਾਰ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਕੁਤਬ ਮੀਨਾਰ ਦੀ ਜਿਹੜੀ ਉਸਾਰੀ ਹੈ ਉਹ ਕੁਤਬਉੱਦੀਨ ਐਬਕ ਨੇ ਹੀ ਸ਼ੁਰੂ ਕਰਵਾਈ ਸੀਗੀ। ਖਵਾਜਾ ਕੁਤਬਉੱਦੀਨ ਬਖਤਿਆਰ ਕਾਕੀ ਜਿਹੜੇ ਸੀਗੇ, ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਕੁਤਬ ਮੀਨਾਰ ਜਿਹੜਾ ਦਿੱਲੀ ਵਿੱਚ ਬਣਵਾਇਆ ਸੀਗਾ। ਔਰ ਇਸ ਤੋਂ ਇਲਾਵਾ ਇਹਨਾਂ ਨੇ ਦਿੱਲੀ ਦੇ ਵਿੱਚ ਕੁਵਤ ਉਲ ਇਸਲਾਮ ਨਾਮ ਦੀ ਇੱਕ ਮਸਜਿਦ ਦੀ ਉਸਾਰੀ ਵੀ ਕਰਵਾਈ। ਸੋ ਮੋਨੂਮੈਂਟਸ ਦੀ ਫੀਲਡ ਦੇ ਵਿੱਚ ਇਹਨਾਂ ਦਾ ਕਾਫੀ ਜ਼ਿਆਦਾ ਲੈਗਸੀ ਹੈ, ਕਾਫੀ ਜ਼ਿਆਦਾ ਦੇਣ ਹੈ ਹਿੰਦੁਸਤਾਨ ਨੂੰ। ਆਖਿਰਕਾਰ 1210 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਔਰ ਇਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਅਗਲਾ ਸੁਲਤਾਨ ਬਣਦਾ ਹੈ ਉਹ ਹੈ ਇਲਤੁਤਮਿਸ਼। ਇਲਤੁਤਮਿਸ਼ ਜਿਹੜਾ ਹੈ ਇਹ ਕੁਤਬਉੱਦੀਨ ਐਬਕ ਦਾ ਹੀ ਸਨ ਇਨ ਲਾਅ ਸੀਗਾ, ਮਤਲਬ ਕੁਤਬਉੱਦੀਨ ਐਬਕ ਦਾ ਜਵਾਈ ਸੀਗਾ ਰਿਸ਼ਤੇ ਦੇ ਵਿੱਚ। ਸੋ ਇਲਤੁਤਮਿਸ਼ ਜੋ ਕਿ ਕੁਤਬਉੱਦੀਨ ਐਬਕ ਦਾ ਜਵਾਈ ਸੀਗਾ, ਇਹਨੇ 1211 ਤੋਂ ਲੈ ਕੇ 1236 ਤੱਕ ਰਾਜ ਕੀਤਾ ਹੈ ਦਿੱਲੀ ਸਲਤਨਤ ਦੇ ਉੱਪਰ। ਔਰ ਇੱਕ ਬਹੁਤ ਹੀ ਸਟਰੋਂਗ ਰੂਲਰ ਸੀ, ਬਹੁਤ ਹੀ ਤਾਕਤਵਰ ਰਾਜਾ ਸੀਗਾ। ਹੀ ਸਪਰੈਸਡ ਮੈਨੀ ਰਿਬੈਲੀਅਨਸ ਇਨ ਦਿੱਲੀ ਸਲਤਨਤ। ਦਿੱਲੀ ਸਲਤਨਤ ਦੇ ਵਿੱਚ ਇਸ ਟਾਈਮ 'ਤੇ ਜੋ ਬਗਾਵਤਾਂ ਹੋਈਆਂ, ਸਰਦਾਰਾਂ ਨੇ ਕੁਝ ਬਗਾਵਤਾਂ ਕੀਤੀਆਂ ਬਾਦਸ਼ਾਹ ਦੇ ਖਿਲਾਫ, ਤਾਂ ਉਹਨਾਂ ਬਗਾਵਤਾਂ ਨੂੰ ਬਹੁਤ ਹੀ ਸਖਤੀ ਦੇ ਨਾਲ ਕੁਚਲ ਦਿੱਤਾ ਗਿਆ ਇਲਤੁਤਮਿਸ਼ ਦੇ ਦੁਆਰਾ। ਦੈਨ ਇਲਤੁਤਮਿਸ਼ ਦੀ ਡੈਥ ਹੋ ਜਾਂਦੀ ਹੈ 1236 ਦੇ ਵਿੱਚ। ਇਲਤੁਤਮਿਸ਼ ਦੀ ਡੈਥ ਤੋਂ ਬਾਅਦ ਇਲਤੁਤਮਿਸ਼ ਦੀ ਬੇਟੀ ਰਜ਼ੀਆ ਸੁਲਤਾਨ ਜਿਹੜੀ ਹੈ, ਉਹ ਰਜ਼ੀਆ ਸੁਲਤਾਨਾ ਜਿਹੜੀ ਹੈ ਉਸ ਬਾਦਸ਼ਾਹ ਬਣਦੀ ਹੈ, ਠੀਕ ਹੈ ਜੀ, ਰੂਲਰ ਬਣਦੀ ਹੈ ਔਰ ਬੇਗਮ ਬਣਦੀ ਹੈ। 1236 ਤੋਂ ਲੈ ਕੇ 1240 ਤੱਕ ਰਜ਼ੀਆ ਸੁਲਤਾਨਾ ਨੇ ਜਿਹੜਾ ਰਾਜ ਕੀਤਾ ਹੈ। ਔਰ ਰਜ਼ੀਆ ਹਿੰਦੁਸਤਾਨ ਦੀ ਪਹਿਲੀ ਔਰ ਆਖਰੀ ਫੀਮੇਲ ਮੁਸਲਿਮ ਰੂਲਰ ਸੀਗੀ। ਮੁਸਲਮਾਨਾਂ ਵਿੱਚ ਪਹਿਲੀ ਔਰ ਆਖਰੀ ਜਿਹੜੀ ਹੈ ਸੁਲਤਾਨ ਹੋਈ ਹੈ ਫੀਮੇਲ ਸੁਲਤਾਨ, ਉਹ ਰਜ਼ੀਆ ਸੁਲਤਾਨ। ਸੋ ਰਜ਼ੀਆ ਜਿਹੜੀ ਹੈ ਇਲਤੁਤਮਿਸ਼ ਦੀ ਬੇਟੀ ਸੀ, ਆਪਾਂ ਆਲਰੇਡੀ ਡਿਸਕਸ ਕਰ ਰਹੇ ਹਾਂ। ਬਹੁਤ ਸਾਰੇ ਸਰਦਾਰ ਜਿਹੜੇ ਸੀਗੇ ਦਿੱਲੀ ਸਲਤਨਤ ਦੇ, ਉਹ ਰਜ਼ੀਆ ਨੂੰ ਪਸੰਦ ਨਹੀਂ ਸੀ ਕਰਦੇ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਕੋਈ ਔਰਤ ਉਹਨਾਂ ਦੇ ਉੱਪਰ ਹੁਕਮ ਚਲਾਵੇ। ਸੋ ਜਿਸ ਕਾਰਨ ਦਿੱਲੀ ਸਲਤਨਤ ਦੇ ਕੁਝ ਟਰਕਿਸ਼ ਸਰਦਾਰਾਂ ਨੇ ਇੱਕ ਪਲਾਟ ਬਣਾਇਆ, ਇੱਕ ਸਾਜ਼ਿਸ਼ ਰਚੀ। ਉਸ ਸਾਜ਼ਿਸ਼ ਦੇ ਤਹਿਤ ਰਜ਼ੀਆ ਦਾ ਮਰਡਰ ਕਰਵਾ ਦਿੱਤਾ ਗਿਆ, ਉਹਦਾ ਕਤਲ ਕਰਵਾ ਦਿੱਤਾ ਗਿਆ। ਰਜ਼ੀਆ ਦੀ ਮੌਤ ਤੋਂ ਬਾਅਦ ਜਿਹੜਾ ਹੈ ਕੁਝ ਹੋਰ ਰੂਲਰ ਜਿਹੜੇ ਨੇ ਉਹਨਾਂ ਨੇ ਰਾਜ ਕੀਤਾ। ਜਿਹੜਾ ਨੈਕਸਟ ਰੂਲਰ ਹੈ ਦਿੱਲੀ ਸਲਤਨਤ ਦਾ ਫੇਮਸ ਰੂਲਰ ਦਾ ਨਾਮ ਹੈ ਗਿਆਸੁਦੀਨ ਬਲਬਨ। 1266 ਤੇ ਜਿਹਦਾ ਰੂਲ ਸ਼ੁਰੂ ਹੋਇਆ ਸੀ, 1287 ਤੇ ਜਿਹਦਾ ਰੂਲ ਖਤਮ ਹੋਇਆ।
काफ़ी फेमस रूलर होया है दिल्ली सल्तनत का। और इस परसन इस रूलर की पॉलिसी ब्लड एंड आयरन पॉलिसी के वास्ते जाना जाता है, खून और लोहे की नीति। जिन्हें भी नोबल्स ये खिलाफ रिबैलियन करते थे, बगावत करते थे, उस रिबैलियन में सख्ती के नाल कुचल दिंदा सीगा, किसी को भी सुल्तान के खिलाफ आवाज़ नहीं सी उठाउण दिंदा। और इन्हें दिल्ली सल्तनत को स्लेव डायनेस्टी को काफ़ी ज़्यादा पावरफुल बनाया और ये नाल जिहड़ा है दिल्ली सल्तनत का काफ़ी ज़्यादा विकास होया। आखिर 1290 जो लास्ट रूलर सीगा दिल्ली स्लेव डायनेस्टी का, वह मर्डर कर दिता गया, जिहदे नाल ही स्लेव डायनेस्टी खत्म हो गई, जो कि पहली डायनेस्टी सी दिल्ली सल्तनत। जी स्टूडेंट्स, बेटा स्लेव डायनेस्टी गुलाम वंश के खत्म होने तो बाद जो अगला वंश जोड़ा है दिल्ली सल्तनत के आता है वो है खलजी डायनेस्टी, खलजी वंश। 1290 के खलजी वंश की शुरुआत हुई सी और 1320 के खलजी वंश खत्म हो गया सी। अगर असीं गल करिए कि खलजी वंश की फाउंडेशन किने रखी तो वह है जलालुद्दीन फिरोज खलजी। जलालुद्दीन फिरोज ने जोड़ा है खलजी डायनेस्टी की स्थापना की सी। और उस तो बाद जलालुद्दीन फिरोज खलजी तो बाद जो महान रूलर होया है खलजी डायनेस्टी का, वह नाम है अलाउद्दीन खलजी। अलाउद्दीन खलजी जो है 1296 से जिहदा रूल शुरू होया सीगा और 1316 इसकी डेथ के नाल रूल जो खत्म हो गया। काफ़ी महान रूलर से अलाउद्दीन खलजी। अलाउद्दीन खलजी ने हिंदुस्तान के काफ़ी सारे एरियाज जित के दिल्ली सल्तनत में शामिल किए। फॉर एग्जाम्पल गुजरात, सब तो पहला गुजरात में जिन्हें जितया, फिर मालवा जितया। उस तो बाद राजस्थान के बहुत सारे पार्ट्स जोड़े ने वो भी जित के अलाउद्दीन खलजी ने दिल्ली सल्तनत में मर्ज कर दिते, शामिल कर दिते। मेवाड़ के किंग को भी इन्होंने हराया सी राजस्थान के। दैन ही आल्सो सेंट मलिक कफूर टू विन द डेक्कन। दक्खन के साउथ इंडिया का जो डेक्कन पार्ट है वो एरियाज को अंडर करने के लिए इन्हें अपने कमांडर मलिक काफूर को भेजा सीगा। और मलिक काफूर ने काफ़ी सारे डेक्कन के किंग्स को अपने अंडर कर लिया, जिमें यादवास, होयसलास, काकातियास, इन्होंने सारे हराया गया। और इन्होंने जोड़ा है आखिरकार अलाउद्दीन खलजी की ओवरलॉर्डशिप को स्वीकार कर लिया। इन्होंने स्वीकार कर लिया कि अलाउद्दीन खलजी इन्हों का जोड़ा मालिक है, इन्हों का स्वामी है, ओवरलॉर्ड है, और वही अधीनगी स्वीकार कर ली, वो अधीन रहना शामिल कर लिया, मंजूर कर लिया सॉरी। सो इस तरह के नाल अलाउद्दीन खलजी के टाइम के जोड़ा दिल्ली सल्तनत का बहुत ज़्यादा प्रसार होया, बहुत ज़्यादा विस्तार होया।